ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਇੱਕ ਅਹਿਮ ਤੇ ਵੱਡੇ ਮਸਲੇ ਤੇ। ਗੱਲਬਾਤ ਕਰਾਂਗੇ ਗੋਲੀकांड ਅਤੇ ਬੇਅਦਬੀ ਦੇ ਮਾਮਲੇ ਤੇ ਪਿਛਲੇ ਕਈ ਦਿਨਾਂ ਤੋਂ ਪੱਕੀ ਆ ਰਹੀ ਸਿਆਸਤ ਦੇ ਬਾਰੇ। ਜਿਸ ਦਿਨ ਤੋਂ SIT ਦੇ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜੀ ਪੁੱਛਗਿੱਛ ਕੀਤੀ ਗਈ ਉਸੇ ਦਿਨ ਤੋਂ ਸਿਆਸਤ ਜਿਹੜੀ ਹੈ ਜ਼ਿਆਦਾ ਭਾਗੀ ਇਸ ਮਸਲੇ ਦੇ ਉੱਪਰ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ SIT ਦੇ ਇੱਕ ਮੈਂਬਰ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ। ਕਿਉਂ ਇਹ ਇਤਰਾਜ਼ ਜਤਾਇਆ ਗਿਆ ਸੀ, ਇਸ ਤੇ ਵੀ ਗੱਲਬਾਤ ਕਰਾਂਗੇ। ਤਾਂ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹੁਣ ਵਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਤੇ ਇਸ ਮਾਮਲੇ ਨੂੰ ਲੈ ਕੇ ਦੋਸ਼ ਲਗਾਏ ਜਾ ਰਹੇ ਨੇ ਕਿ ਬਾਦਲ ਪਰਿਵਾਰ ਨੂੰ, ਅਕਾਲੀ ਦਲ ਨੂੰ ਬੇਅਦਬੀ ਅਤੇ ਗੋਲੀकांडਾਂ ਦੇ ਮਾਮਲੇ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਖਦਸ਼ਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕਰ ਸਕਦੀ ਹੈ SIT ਤੇ ਰਾਜਨੀਤਿਕ ਤੋਂ ਪ੍ਰੇਰਿਤ ਪੂਰਾ ਇਹ ਮਾਮਲਾ ਚੱਲਿਆ ਆ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ। ਤੇ ਨਾਲ ਹੀ ਨਾਲ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਦੀ ਤੇ ਬਾਦਲ ਪਰਿਵਾਰ ਦੀ ਛਵੀ ਨੂੰ ਖਰਾਬ ਕਰਨ ਦੇ ਲਈ ਇਹ ਸਭ ਕੁਝ ਕਿਹਾ ਜਾ ਰਿਹਾ। ਤਾਂ ਇਸ ਸਭ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਬਾਹਰ ਆਏ ਨੇ। ਅੱਜ ਹੁਣੇ ਥੋੜੀ ਦੇਰ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਆਇਆ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨੂੰ, ਖਾਸ ਕਰਕੇ ਬਾਦਲ ਪਰਿਵਾਰ ਨੂੰ ਪੂਰੇ ਨੂੰ ਨਿਸ਼ਾਨੇ ਤੇ ਲਿਆ। ਇੱਕ ਖੁੱਲਾ ਮੋਰਚਾ ਉਹਨਾਂ ਦੇ ਖਿਲਾਫ ਖੋਲ ਦਿੱਤਾ ਹੈ। ਵੱਡਾ ਬਿਆਨ ਹੁਣੇ ਆਇਆ, ਨਵਜੋਤ ਸਿੰਘ ਸਿੱਧੂ ਦਾ ਟਵੀਟ ਕਰਕੇ ਦਿੱਤਾ ਗਿਆ। ਕੀ ਕੁਝ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਇਹ ਵੀ ਤੁਹਾਨੂੰ ਦੱਸਦੇ ਹਾਂ। ਪੂਰੇ ਪ੍ਰੋਗਰਾਮ ਦੇ ਵਿੱਚ ਇਸ ਮਸਲੇ ਦੇ ਉੱਪਰ ਵਿਸਤਾਰਪੂਰਵਕ ਚਰਚਾ ਕਰਾਂਗੇ ਤੇ ਚਰਚਾ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮੇਂਦਰ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੇ ਬਾਅਦ ਚ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਸਿਆਸਤ ਜ਼ਿਆਦਾ ਭੱਗ ਗਈ ਹੈ? ਇੱਕ ਪਾਸੇ 2022 ਦੀਆਂ ਚੋਣਾਂ ਨੇ ਜਿਹਨੂੰ ਆਧਾਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਚੋਣਾਂ ਦੇ ਮੱਦੇਨਜ਼ਰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਤੇ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਾਏ ਜਾ ਰਹੇ ਨੇ, ਭਰਤਿੰਦਰ ਚਾਲ ਤੇ ਦੋਸ਼ ਲਾਏ ਜਾ ਰਹੇ ਨੇ, ਹੋਰ ਵੀ ਕੁਝ ਮੰਤਰੀਆਂ ਤੇ ਦੋਸ਼ ਲਾਏ ਜਾ ਰਹੇ ਨੇ। ਤਾਂ ਉਧਰ ਨਵਜੋਤ ਸਿੰਘ ਸਿੱਧੂ ਵੀ ਇਸ ਪੂਰੇ ਐਪੀਸੋਡ ਦੇ ਵਿੱਚ ਬਾਹਰ ਆ ਗਏ ਇੱਕ ਵਾਰ ਫਿਰ ਤੋਂ। ਕੁਝ ਦਿਨ ਪਹਿਲਾਂ ਇੰਟਰਵਿਊਜ਼ ਹੋਈਆਂ ਲਗਾਤਾਰ ਉਹਨਾਂ ਦੀਆਂ, ਕਾਫੀ ਸਾਰੇ TV ਚੈਨਲ ਤੇ ਆਪਾਂ ਵੀ ਕੀਤੀ, ਪਰ 2-4 ਦਿਨ ਫਿਰ ਚੁੱਪ ਰਹੇ। ਤਾਂ ਹੁਣ ਅੱਜ ਉਹਨਾਂ ਨੇ ਚੁੱਪੀ ਤੋੜੀ ਹੈ, ਖਾਸ ਕਰਕੇ ਜਦੋਂ ਬਾਦਲ ਪਰਿਵਾਰ ਇਹ ਗੱਲ ਕਹਿਣ ਲੱਗ ਗਿਆ ਕਿ ਸਾਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਰਾਜਨੀਤਿਕ ਰੂਪ ਪ੍ਰੇਰਿਤ ਇਹ ਪੂਰਾ ਮਾਮਲਾ। ਕੀ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ? ਬਿਲਕੁਲ ਇਹੀ ਗੱਲ ਜਿਵੇਂ ਤੁਸੀਂ ਕਹਿ ਰਹੇ ਹੋ, ਨਵਜੋਤ ਸਿੰਘ ਸਿੱਧੂ ਨੇ ਬਹੁਤ ਵੱਡੇ ਸਵਾਲ ਖਾਸ ਤੌਰ ਤੇ ਦੋਵੇਂ ਸਰਕਾਰਾਂ ਦੇ ਉੱਤੇ, ਚਾਹੇ ਉਹ 4.5 ਸਾਲ ਕੈਪਟਨ ਸਾਹਿਬ ਦੀ ਸਰਕਾਰ ਰਹੀ ਹੈ, ਕਾਂਗਰਸ ਦੀ ਸਰਕਾਰ ਰਹੀ ਹੈ, ਇਸ ਤੋਂ ਪਹਿਲਾਂ 2 ਸਾਲ ਜਦੋਂ ਬਰਗਾੜੀ ਕਾਂਡ ਵਾਪਰਿਆ ਸੀਗਾ ਉਸ ਵੇਲੇ ਅਕਾਲੀ ਦਲ BJP ਦੀ ਸਰਕਾਰ ਰਹੀ ਸੀਗੀ। ਔਰ ਇਹਨਾਂ ਦੇ ਸਵਾਲ ਵੱਡੇ ਇਹੀ ਉਠਾਏ ਨੇ ਕਿ ਉਦੋਂ ਕਿੱਥੇ ਸੀਗੇ ਕੈਪਟਨ ਸਾਹਿਬ, ਜਾਂ ਜਦੋਂ ਖਾਸ ਤੌਰ ਤੇ ਜਦੋਂ 4.5 ਸਾਲ ਹੋ ਗਏ ਇਹ ਸਾਰੀ ਘਟਨਾਕ੍ਰਮ ਨੂੰ ਵਾਪਰਿਆ ਔਰ ਲਗਾਤਾਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਾਂਗੇ। ਉਹ ਕਿਉਂ ਹੋ ਨਹੀਂ ਰਿਹਾ? ਉਹਦੇ ਵਿੱਚ ਲੋਕਾਂ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਜਾਂ ਮਜੀਠੀਆ ਸਾਹਿਬ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਖਾਸ ਤੌਰ ਤੇ ਇਸੇ ਕਾਂਡ ਨੂੰ ਲੈ ਕੇ, ਤਾਂ ਉਹਨਾਂ ਦੇ ਉੱਤੇ ਵੀ ਸਵਾਲ ਨਵਜੋਤ ਸਿੰਘ ਸਿੱਧੂ ਨੇ ਇਹੀ ਉਠਾਏ ਨੇ ਕਿ ਉਸ ਵੇਲੇ ਲਗਭਗ 2 ਸਾਲ ਤੁਹਾਡੀ ਸਰਕਾਰ ਰਹੀ ਹੈ ਔਰ ਉਸ ਵੇਲੇ ਜਦੋਂ ਲੋਕ ਮੰਗ ਕਰ ਰਹੇ ਸੀਗੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ, ਤੁਸੀਂ ਉਦੋਂ ਰਾਜਨੀਤੀ ਕਿਉਂ ਕਰ ਰਹੇ ਸੀਗੇ? ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਸਵਾਲ ਦੋਵੇਂ ਸਰਕਾਰਾਂ ਦੇ ਉੱਤੇ ਉਹਨਾਂ ਨੇ ਉਠਾਏ ਨੇ ਔਰ ਉਹਨਾਂ ਨੇ ਉਮੀਦ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਨਸਾਫ ਜ਼ਰੂਰ ਮਿਲੇਗਾ, ਲੋਕਾਂ ਨੂੰ ਇਨਸਾਫ ਮਿਲੇਗਾ, ਸਿੱਖਾਂ ਨੂੰ ਇਨਸਾਫ ਮਿਲੇਗਾ। ਪਰ ਜਦੋਂ ਅਸੀਂ ਇਹ ਸਾਰੀ ਘਟਨਾਕ੍ਰਮ ਨੂੰ ਵੇਖਦੇ ਹਾਂ ਸੁਖਵਿੰਦਰ ਜੀ, ਤਾਂ ਇੱਥੇ ਆਪਣਾ ਜ਼ਰੂਰ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਗੱਲ ਕਹੀ ਹੈ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਹੁਣੇ, ਜਿਵੇਂ ਮੈਂ ਵਾਰ-ਵਾਰ ਦੱਸਿਆ ਕਿ ਉਹ ਇਹ ਕਹਿ ਰਿਹਾ ਕਿ ਰਾਜਨੀਤਿਕ ਤੋਂ ਪ੍ਰੇਰਿਤ ਪੂਰਾ ਮਾਮਲਾ, ਸਾਨੂੰ ਸਿਆਸੀ ਤੌਰ ਤੇ ਢਾਲ ਲਾਉਣ ਦੇ ਲਈ ਸਭ ਕੁਝ ਖੇਡਿਆ ਜਾ ਰਿਹਾ। ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਨਵਜੋਤ ਸਿੰਘ ਸਿੱਧੂ ਨੇ ਕਿ ਰਾਜਨੀਤੀ ਤੋਂ ਪ੍ਰੇਰਿਤ ਮਾਮਲਾ ਇਹ ਸੀ ਜਦੋਂ ਪਿਛਲੇ 6 ਸਾਲਾਂ ਤੋਂ ਇਨਸਾਫ ਨਹੀਂ ਮਿਲਿਆ। 6 ਸਾਲਾਂ ਤੋਂ ਇਨਸਾਫ ਨਾ ਮਿਲਣਾ ਰਾਜਨੀਤੀ ਤੋਂ ਪ੍ਰੇਰਿਤ ਸੀ ਤੇ ਤੁਹਾਡਾ ਕਹਿੰਦੇ ਉਹੀ ਰੋਣਾ ਰੋਈ ਜਾ ਰਿਹਾ। ਪਰ ਹੁਣ ਇਨਸਾਫ ਮਿਲਣਾ ਚਾਹੀਦਾ ਤੇ ਮਿਲਣ ਜਾ ਰਿਹਾ, ਇਹ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈ। ਸੁਖਵਿੰਦਰ ਜੀ ਦੇਖੋ, ਜਦੋਂ ਅਸੀਂ ਇਹ ਸਾਰੀ ਘਟਨਾਕ੍ਰਮ ਨੂੰ ਦੇਖਦੇ ਹਾਂ, ਖਾਸ ਤੌਰ ਤੇ ਪਿਛਲੇ 6 ਸਾਲ ਤੋਂ ਦੀਆਂ ਜਦੋਂ ਅਸੀਂ ਘਟਨਾਵਾਂ ਵੇਖਾਂਗੇ ਤਾਂ ਇਸ ਮੁੱਦੇ ਦੇ ਉੱਤੇ ਸਿਰਫ ਤੇ ਸਿਰਫ ਰਾਜਨੀਤੀ ਹੋਈ ਹੈ, ਹੋਰ ਹੋਇਆ ਹੀ ਕੁਝ ਨਹੀਂ ਹੈ। ਤੁਸੀਂ ਦੇਖੋਗੇ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹਦੇ ਪਿੱਛੇ ਵੀ ਰਾਜਨੀਤੀ ਸੀਗੀ, ਉਹਦੇ ਪਿੱਛੇ ਰਾਜਨੀਤੀ ਇਹ ਸੀ। ਅੱਜ ਆਪਾਂ ਇਹ ਗੱਲ ਨਵਜੋਤ ਸਿੰਘ ਸਿੱਧੂ ਨੇ ਕਹੀ ਹੈ ਕਿ 2 ਸਾਲ ਤੁਹਾਡੇ ਤੇ 4.5 ਸਾਲ ਇਸ ਸਰਕਾਰ ਦੇ।
ਕਹਿੰਦੇ ਲਗਾਤਾਰ ਰਾਜਨੀਤੀ ਹੋਈ ਹੈ। ਹੁਣ ਆਪਾਂ ਦਰਸ਼ਕਾਂ ਨੂੰ ਇਹ ਦੱਸਦਾ ਵੀ ਰਾਜਨੀਤੀ ਤਾਂ ਸੀਗੀ, ਸਾਰੇ ਗੱਲਾਂ ਕਰਦੇ ਨੇ, ਪਰ ਰਾਜਨੀਤੀ ਕੀ ਰਾਜਨੀਤੀ ਸੀਗੀ ਉਹਦੇ ਬਾਰੇ ਆਪਾਂ ਜ਼ਰੂਰ ਖੁਲਾਸਾ ਸਾਨੂੰ ਕਰਨਾ ਚਾਹੀਦਾ, ਦੱਸਣਾ ਚਾਹੀਦਾ ਆਪਣੇ ਦਰਸ਼ਕਾਂ ਨੂੰ। ਉਹ ਇਹ ਹੈ ਕਿ ਜਦੋਂ ਅਕਾਲੀ ਦਲ ਔਰ ਬੀਜੇਪੀ ਦੀ ਜਦੋਂ ਸਰਕਾਰ ਸੀਗੀ, ਦੂਸਰੇ ਵਾਰੀ ਉਹ ਬਣਦੀ ਹੈ, ਤਾਂ ਉਦੋਂ ਉਹਨਾਂ ਨੂੰ ਇਹ ਲੱਗਿਆ ਕਿ ਸਾਡੀ ਜਿਹੜੀ ਸਿੱਖ ਵੋਟ ਬੈਂਕ ਹੈ ਉਹ ਖਿਸਕਣਾ ਸ਼ੁਰੂ ਹੋ ਗਈ ਹੈ ਕਾਂਗਰਸ ਵੱਲ। ਤਾਂ ਉਹਨੂੰ ਲੱਗਦਾ ਸੀਗਾ ਕਿ ਇਹ ਜਿਹੜੀ ਸਾਡੀ ਵੋਟ ਬੈਂਕ ਹੈ ਇਹ ਖਿਸਕ ਰਹੀ ਹੈ ਕਾਂਗਰਸ ਵੱਲ, ਤਾਂ ਸਾਨੂੰ ਇੱਕ ਵੱਡੇ ਵੋਟ ਬੈਂਕ ਦੀ ਲੋੜ ਹੈ ਜਿਹੜੀ ਸਾਨੂੰ ਇਸ ਸਾਰੇ ਸੰਕਟ ਚੋਂ ਕੱਢ ਸਕੇ। ਤਾਂ ਉਹਨਾਂ ਨੇ ਕੀ ਕੀਤਾ ਕਿ ਉਹ ਸੰਕਟ ਚੋਂ ਕੱਢਣ ਦੇ ਲਈ, ਆਪਣੇ ਵੋਟ ਬੈਂਕ ਹੋਰ ਵਧਾਉਣ ਦੇ ਲਈ, ਉਹਨਾਂ ਨੇ ਰਾਮ ਰਹੀਮ ਜਾਂ ਪ੍ਰੇਮੀਆਂ ਦੇ ਨਾਲ ਗੰਢ ਧੁੱਪ ਕੀਤੀ ਅੰਦਰ ਖਾਤੇ ਕਿ ਸਾਨੂੰ ਤੁਹਾਡੀਆਂ ਵੋਟਾਂ ਚਾਹੀਦੀਆਂ ਨੇ। ਔਰ ਇਸ ਤੋਂ ਵੀ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਰਾਮ ਰਹੀਮ ਜਾਂ ਜਿਹੜੇ ਪ੍ਰੇਮੀ ਸੀਗੇ ਪੰਜਾਬ ਦੇ ਜਾਂ ਹੋਰ ਇਸ ਇਲਾਕੇ ਦੇ, ਤਾਂ ਉਹ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਵਰਤ ਰਹੀਆਂ ਸੀਗੀਆਂ। ਤਾਂ ਅਕਾਲੀ ਦਲ ਨੂੰ ਖਾਸ ਤੌਰ ਤੇ ਇਹੀ ਲੱਗਿਆ ਕਿ ਕਿਉਂ ਨਾ ਅਸੀਂ ਇਹਨਾਂ ਨੂੰ ਵੀ ਵਰਤ ਲਈਏ ਔਰ ਇਹ ਸਾਡੇ ਕੰਮ ਆਉਣ, ਔਰ ਸਾਡੀਆਂ ਜਿਹੜੀਆਂ ਹੈਗਾ ਅਗਲੀ ਸੱਤਾ, ਫਿਰ ਅਸੀਂ ਅਗਲੇ ਵਾਰੀ ਸੱਤਾ ਦੇ ਵਿੱਚ ਆ ਜਾਈਏ। ਤਾਂ ਇਹਦਾ ਨਤੀਜਾ ਕੀ ਨਿਕਲਿਆ ਕਿ ਉਹ ਸਾਰੀ ਜਿਹੜੀ ਮਾਫੀ ਮੰਗਵਾਈ ਗਈ ਵੋਟ ਬੈਂਕਾਂ ਵੋਟਾਂ ਨੂੰ ਲੈਣ ਦੇ ਲਈ, ਔਰ ਸਾਰੀ ਜਿਹੜੀ ਜਿਸ ਕਿਸਮ ਦੀ ਉਸ ਵੇਲੇ ਰਾਜਨੀਤੀ ਹੋਈ ਉਹਦੇ ਵਿੱਚ ਮੈਂ ਨਹੀਂ ਜਾਵਾਂਗਾ, ਪਰ ਇਹਦੇ ਵਿੱਚ ਸਾਰੀ ਘਟਨਾਕ੍ਰਮ ਦਾ ਸਿੱਟਾ ਇਹ ਨਿਕਲਦਾ ਹੈ ਕਿ ਇਹਨਾਂ ਨੂੰ ਇਹ ਲੱਗਿਆ ਕਿ ਉਸ ਵੇਲੇ ਜਿਹੜੇ ਸਿੱਖ ਰੌਲਾ ਪਾ ਰਹੇ ਸੀਗੇ, ਸਿੱਖ ਜਥੇਬੰਦੀਆਂ ਰੌਲਾ ਪਾ ਰਹੀਆਂ ਸੀਗੀਆਂ ਕਿ ਇਹਨਾਂ ਨੂੰ ਤਾਂ ਅਸੀਂ ਟਿਕਾ ਲਾਂਗੇ, ਪਰ ਜਿਹੜੀ ਇਹ ਵੋਟ ਬੈਂਕ ਹੈ ਇਹ ਸਾਡਾ ਖਿਸਕਣਾ ਨਹੀਂ ਚਾਹੀਦਾ ਪ੍ਰੇਮੀਆਂ ਵਾਲਾ। ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਸਾਰੀ ਚੀਜ਼ ਨੂੰ ਇਹਨਾਂ ਨੇ ਲੱਗਿਆ, ਕਿਉਂਕਿ ਇਲੈਕਸ਼ਨਾਂ ਨੇੜੇ ਆ ਰਹੀਆਂ ਸੀਗੀਆਂ, ਸੋ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਜ਼ੋਰਾ ਸਿੰਘ ਵਾਲੀ ਕਮਿਸ਼ਨ ਜਿਹੜੀ ਸੀਗੀ ਉਹ ਬਣਾ ਦਿੱਤਾ ਗਿਆ। ਤੁਹਾਨੂੰ ਵੀ ਯਾਦ ਹੋਏਗਾ। ਹੁਣ ਬੇਸ਼ੱਕ ਜ਼ੋਰਾ ਸਿੰਘ ਹੋਰਾਂ ਨੇ ਬਹੁਤ ਮਿਹਨਤ ਦੇ ਨਾਲ, ਬਹੁਤ ਦਿਆਨਤਦਾਰੀ ਦੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਸ ਕਮਿਸ਼ਨ ਦੇ ਰਾਹੀਂ ਲੋਕਾਂ ਦੇ ਸਾਹਮਣੇ ਜਾਂ ਸਰਕਾਰ ਦੇ ਸਾਹਮਣੇ ਰੱਖੀਆਂ। ਸੋ ਪਰ ਕਿਉਂਕਿ ਉਸ ਵੇਲੇ ਸੂਟ ਨਹੀਂ ਸੀ ਕਰਦਾ ਔਰ ਅਕਾਲੀ ਦਲ ਜਿਹੜਾ ਸੀਗਾ ਸਕੰਜੇ ਵਿੱਚ ਫਸ ਰਿਹਾ ਸੀਗਾ, ਇਸ ਕਰਕੇ ਉਹਨਾਂ ਨੂੰ ਲੱਗਦਾ ਸੀਗਾ ਜੇ ਅਸੀਂ ਪ੍ਰੇਮੀਆਂ ਦੇ ਉੱਤੇ ਜਾਂ ਰਾਮ ਰਹੀਮ ਜੀ ਦੇ ਉੱਤੇ ਕੋਈ ਐਕਸ਼ਨ ਕਰਦੇ ਹਾਂ ਤਾਂ ਉਹਦੇ ਨਾਲ ਸਾਡੀ ਵੋਟ ਬੈਂਕ ਖਿਸਕ ਸਕਦੀ ਹੈ। ਤਾਂ ਉਹਨਾਂ ਨੇ ਕੀ ਕੀਤਾ, ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਨੇ, ਕਿ ਇਸ ਨੂੰ ਹੁਣ ਅਸੀਂ ਡਸਟਬਿਨ ਸੁੱਟ ਦਿਓ। ਇਹ ਜਿਹੜੀ ਕਮਿਸ਼ਨ ਦੀ ਰਿਪੋਰਟ ਹੈ, ਉਹਨਾਂ ਨੇ ਜਾਣ ਬੁੱਝ ਕੇ ਉਹ ਕਮਿਸ਼ਨ ਦੀ ਰਿਪੋਰਟ ਜਿਹੜੀ ਹੈਗੀ ਹੈ ਉਹਨੂੰ ਨਾ ਖੋਲਿਆ ਔਰ ਉਹਨੂੰ ਡਸਟਬਿਨ ਦੇ ਵਿੱਚ ਸੁੱਟ ਦਿੱਤਾ ਗਿਆ। ਔਰ ਉਹਦਾ ਨਤੀਜਾ ਕੀ ਹੋ ਗਿਆ ਕਿ ਇਹ ਮੁੱਦਾ ਇੰਨਾ ਭਖ ਗਿਆ ਜਿਹੜਾ ਕਿ ਅਕਾਲੀ ਦਲ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਉਹਦੇ ਨਾਲ ਸਿੱਖਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਏਦਾਂ ਦੀ ਨਫ਼ਰਤ ਅਕਾਲੀ ਦਲ ਦੇ ਪ੍ਰਤੀ ਫੈਲ ਜੂਗੀ, ਇਹ ਕਦੇ ਉਹਨਾਂ ਨੇ ਕਦੇ ਵੀ ਨਹੀਂ ਸੀ ਸੋਚਿਆ। ਸੋ ਉਹਦਾ ਨਤੀਜਾ ਕਿ ਜਦੋਂ 17 ਦੇ ਵਿੱਚ ਇਲੈਕਸ਼ਨਾਂ ਹੋਈਆਂ ਤਾਂ ਉਹੀ ਅਕਾਲੀ ਦਲ ਜਿਹੜਾ ਕਿਸੇ ਵੇਲੇ 10 ਸਾਲ ਸੱਤਾ 'ਚ ਰਿਹਾ ਔਰ ਇਹ ਗੱਲ ਕਹਿ ਰਿਹਾ ਸੀ ਕਿ 25 ਸਾਲ ਅਸੀਂ ਰਵਾਂਗੇ, 25 ਸਾਲ ਸਾਨੂੰ ਕੋਈ ਹਿਲਾ ਨਹੀਂ ਸਕਦਾ, ਉਹਨਾਂ ਦੇ ਉਹੀ ਪਾਰਟੀ ਜਿਹੜੀ ਹੈਗੀ ਹੈ ਤੀਜੇ ਨੰਬਰ ਤੇ ਚਲੀ ਗਈ ਇਸੇ ਮੁੱਦੇ ਦੇ ਕਰਕੇ। ਬੁਨਿਆਦੀ ਆਧਾਰ ਇਸ ਮੁੱਦੇ ਨੇ ਪੈਦਾ ਕੀਤਾ। ਸੋ ਉਸ ਤੋਂ ਬਾਅਦ ਕੀ ਹੋ ਗਿਆ, ਇਸੇ ਮੁੱਦੇ ਨੂੰ ਲੈ ਕੇ ਕਾਂਗਰਸ ਜਿਹੜੀ ਸੀ, ਖਾਸ ਤੌਰ ਤੇ ਕੈਪਟਨ ਸਾਹਿਬ ਨੇ ਸਹੁੰ ਖਾਧੀ ਕਿ ਮੈਂ ਇਹ ਜਿਹੜਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੂੰਗਾ, ਜਿਹਦੇ ਬਾਰੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ। ਔਰ ਉਹਨਾਂ ਨੇ ਲਗਾਤਾਰ ਜਿਹੜੀ ਹੈਗੀ ਸਿੱਟ ਬਣਾਤੀ ਔਰ ਲਗਾਤਾਰ ਤੁਹਾਨੂੰ ਪਤਾ ਹੈ ਕਿ ਜਦੋਂ ਰਣਜੀਤ ਸਿੰਘ ਕਮਿਸ਼ਨ ਬਣਿਆ ਤਾਂ ਉਹ ਚੀਜ਼ਾਂ ਲਾਈਵ ਕੀਤੀਆਂ ਗਈਆਂ ਔਰ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਗਿਆ, ਲੋਕਾਂ ਨੂੰ ਦਿਖਾਇਆ ਗਿਆ ਕਿ ਅਸੀਂ ਇਸ ਮੁੱਦੇ ਦੇ ਉੱਤੇ ਬਹੁਤ ਸੰਸੀਰ ਹਾਂ, ਕਿਉਂਕਿ ਉਹਨਾਂ ਨੇ ਅਕਾਲੀ ਦਲ ਨੂੰ ਜਿਹੜਾ ਹੈਗਾ ਉਹਦੀਆਂ ਕਮਜ਼ੋਰੀਆਂ ਦੇ ਉੱਤੇ ਜਿਹੜੀ ਸੀਗੀ ਉਂਗਲ ਰੱਖੀ ਸੀਗੀ। ਸੋ ਉਹ ਸਾਰੀ ਚੀਜ਼ ਆਪਾਂ ਨੂੰ ਵੀ ਪਤਾ ਹੈ ਕਿ ਵਿਧਾਨ ਸਭਾ ਦੇ ਵਿੱਚ ਲਗਾਤਾਰ ਉਹ ਚੱਲੀ। ਔਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਸ ਵੇਲੇ ਵੀ ਤੁਹਾਨੂੰ ਯਾਦ ਹੋਏਗਾ ਕਿ ਝੋਲੀ ਅੱਡ ਕੇ ਇਹ ਗੱਲ ਕਹੀ ਸੀਗੀ, ਪਲੀਜ਼ ਕੈਪਟਨ ਸਾਹਿਬ, ਮੁੱਖ ਮੰਤਰੀ ਸਾਹਿਬ, ਇਸ ਕਾਂਡ ਦਾ ਜਿਹੜਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਔਰ ਜਿਹੜੇ ਵੀ ਲੋਕ ਇਹਦੇ ਪਿੱਛੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਤੁਸੀਂ ਸਲਾਖਾਂ ਦੇ ਪਿੱਛੇ ਦਿਓ। ਤੁਹਾਨੂੰ ਯਾਦ ਹੋਏਗਾ ਕਿ ਝੋਲੀ ਅੱਡੀ ਸੀ ਉਹਨਾਂ ਨੇ ਕਿ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਓ ਤੁਸੀਂ। ਪਰ ਕੀ ਹੋ ਗਿਆ ਕਿ ਜਿਵੇਂ ਅੱਜ ਉਹ ਟਵੀਟ ਦੇ ਵਿੱਚ ਕਹਿ ਰਹੇ ਨੇ ਕਿ 4.5 ਸਾਲ ਹੋ ਗਏ, ਕੋਈ ਜਿਹੜੀ ਹੈਗੀ ਇਹਦੇ ਉੱਤੇ ਆਪਾਂ ਨੂੰ ਵੀ ਪਤਾ ਹੈ ਕਿ ਰਲਾ ਮਿਲਿਆ ਜਿਹੜਾ 25-75 ਦੀ ਗੱਲ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਲਗਾਤਾਰ, ਉਹੀ ਚੀਜ਼ ਤੁਸੀਂ ਦੇਖੋਗੇ ਇਹਦੇ ਰਿਜ਼ਲਟ ਜਿਹੜੇ ਸਾਹਮਣੇ ਆ ਰਹੇ ਨੇ ਉਸੇ ਚੋਂ ਇਹ ਚੀਜ਼ਾਂ ਸਾਫ਼ ਨੇ। ਔਰ ਗੱਲ ਇਹ ਹੋ ਰਹੀ ਹੈ ਕਿ ਇਸ ਵੇਲੇ ਜਿਹੜਾ ਇਹ ਸਾਰੀ ਚੀਜ਼ ਪਾਣੀ ਦੇ ਵਿੱਚ ਮਧਾਣੀ ਜਿਹੜੀ ਹੈਗੀ ਹੈ ਪਾਈ ਜਾ ਰਹੀ ਹੈ
ਔਰ ਨਾ 4.5 ਸਾਲ ਤੋਂ ਕੈਪਟਨ ਸਾਹਿਬ ਨੂੰ, ਕਿਉਂਕਿ ਸੂਟ ਨਹੀਂ ਕਰਦੇ। ਜੇ ਕੈਪਟਨ ਸਾਹਿਬ ਮੰਨ ਲਓ ਆਪਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਾਂ ਮਜੀਠੀਆ ਸਾਹਿਬ ਜਿਹੜੇ ਸਵਾਲ ਚੁੱਕ ਰਹੇ ਨੇ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਜਾਂ ਗ੍ਰਿਫਤਾਰ ਦੀਆਂ ਸੰਭਾਵਨਾਵਾਂ ਨੇ, ਜੇ ਮੰਨ ਲਓ ਗ੍ਰਿਫਤਾਰ ਕਰਾ ਵੀ ਦਿੰਦੇ ਨੇ ਤਾਂ ਕੀ ਹੋਏਗਾ? ਜਾਂ ਜਿਵੇਂ ਪਿਛਲੇ ਵਾਰੀ ਕੈਪਟਨ ਸਾਹਿਬ ਨੇ ਉਹਨਾਂ ਦੇ ਉੱਤੇ ਵੱਡੇ ਬਾਦਲ ਸਾਹਿਬ ਦੇ ਉੱਤੇ ਔਰ ਕੇਸ ਪਵਾ ਕੇ ਉਹਨਾਂ ਨੂੰ ਅੰਦਰ ਦੇਤਾ ਸੀਗਾ, ਤਾਂ ਉਹਦੇ ਨਾਲ ਕੀ ਹੋਏਗਾ ਕਿ ਅਕਾਲੀ ਦਲ ਇੱਕਦਮ ਸੰਗਠਿਤ ਹੋ ਜਾਏਗਾ, ਇੱਕਦਮ ਉਹ ਹਰਕਤ ਚ ਆ ਜਾਏਗਾ ਔਰ ਇਹਦੇ ਨਾਲ ਅਕਾਲੀ ਦਲ ਜਿਹੜਾ ਹੈਗਾ ਜ਼ਿਆਦਾ ਵੱਡਾ ਫਾਇਦਾ ਲੈ ਸਕਦਾ ਹੈ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਕਾਂਗਰਸ ਵੀ ਜਿਹੜੀ ਚਾਹੇਗੀ ਕਿ ਇਹ ਮੁੱਦਾ ਲਟਕਦਾ ਰਹੇ ਔਰ ਇਸੇ ਤਰ੍ਹਾਂ ਲਟਕਦਾ ਇਹਦੇ ਵਿੱਚ ਜਿਹੜਾ ਕੀ ਲੱਗਦਾ ਹੈ, ਤੁਸੀਂ ਮੁੱਦੇ ਲਟਕਦੇ ਦੀ ਗੱਲ ਕਹੀ ਹੈ, ਜਿਹੜੀ ਪਿਛਲੀ ਐਸਆਈਟੀ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਲਈ ਕੁਮਰ ਵਿਜੇ ਪ੍ਰਤਾਪ ਗਏ ਤਾਂ ਉਹਨਾਂ ਦੇ ਨਾਲ ਐਸਆਈਟੀ ਦੇ ਮੁਖੀ ਹੈ ਨਹੀਂ ਸੀ, ਤਾਂ ਉਹਨਾਂ ਨੇ ਬੇਰੰਗ ਉਹਨਾਂ ਨੂੰ ਵਾਪਸ ਮੋੜਤਾ ਕਿ ਭਾਈ ਉਦੋਂ ਵੀ ਬਹੁਤ ਰੌਲਾ ਰੱਪਾ ਪਿਆ ਕਿ ਇਹ ਇਕੱਲੇ ਤੌਰ ਤੇ ਕਿਵੇਂ ਕਰਨਾ ਗਿਆ। ਉਸ ਚੀਜ਼ ਤੋਂ ਹੁਣ ਪੰਜਾਬ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਸੀ, ਕਿਉਂਕਿ ਉਸੇ ਚੀਜ਼ ਨੂੰ ਆਧਾਰ ਬਣਾ ਕੇ ਅਕਾਲੀ ਦਲ ਲਗਾਤਾਰ ਰੌਲਾ ਪਾਉਂਦਾ ਰਿਹਾ ਕਿ ਕੁਮਰ ਵਿਜੇ ਪ੍ਰਤਾਪ ਦੀ ਜਾਂਚ ਸਹੀ ਨਹੀਂ, ਕੁਮਰ ਵਿਜੇ ਪ੍ਰਤਾਪ ਦੀ ਜਾਂਚ ਸਹੀ ਨਹੀਂ। ਸਿੱਖ ਲੈਣੀ ਚਾਹੀਦੀ ਸੀ ਇਸ ਵਾਰ ਐਸਆਈਟੀ ਜਦੋਂ ਜਾਂਚ ਕਰਨ ਲੱਗੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਕੋਲ ਇਸ ਵਾਰੀ ਵੀ ਜਿਹੜਾ ਜਾਣਾ ਪਿਆ ਪੁੱਛਗਿੱਛ ਕਰਦੇ ਲਈ, ਤਾਂ ਤੀਜੇ ਮੈਂਬਰ ਨੂੰ ਬਦਲ ਕੇ ਨਾਲ ਵਿਜੇ ਸਿੰਗਲਾ ਨਾਮ ਦੇ ਇੱਕ ਅਫਸਰ ਨੂੰ ਲਿਜਾਇਆ ਗਿਆ, ਜਿਹੜੇ ਰਿਟਾਇਰਡ ਡਾਇਰੈਕਟਰ ਆਫ ਪ੍ਰੋਸੀਕਿਊਸ਼ਨ ਨੇ ਉਹਨਾਂ ਨੂੰ ਲਿਜਾਇਆ ਗਿਆ। ਜਾਂ ਤਾਂ ਉਹ ਤਿੰਨਾਂ ਮੈਂਬਰਾਂ ਦੇ ਨਾਲ ਭੇਜ ਦਿੰਦੇ ਤੇ ਜਾਂ ਇਹਨਾਂ ਨੂੰ ਸਿੱਧੇ ਤੌਰ ਤੇ ਐਡ ਕਰ ਦਿੰਦੇ ਨਾਲ, ਫਿਰ ਤਾਂ ਭੇਜ ਦਿੰਦੇ ਤਾਂ ਜੇ ਰੌਲਾ ਨਾ ਪੈਂਦਾ। ਤਾਂ ਫਿਰ ਅਕਾਲੀ ਦਲ ਨੂੰ ਵੀ ਦੂਜੇ ਪਾਸੇ ਚਾਹੀਦਾ ਸੀ ਕਿ ਭਾਈ ਜੇ 3 ਮੈਂਬਰੀ ਐਸਆਈਟੀ ਉਹਨਾਂ ਨੇ ਬਣਾਈ ਹੈ ਤਾਂ ਇਹ ਤਾਂ ਮਤਲਬ ਹੈ ਨਹੀਂ ਕਿ 3 ਮੈਂਬਰੀ ਐਸਆਈਟੀ ਹੀ ਕੰਮ ਕਰੇਗੀ, ਉਹਨਾਂ ਦੇ ਨਾਲ ਸਿਪਾਹੀ ਵੀ ਕੰਮ ਕਰਨਗੇ, ਕੁਝ ਇੰਸਪੈਕਟਰ ਵੀ ਕੰਮ ਕਰਨਗੇ, ਯਾਨੀ ਲੀਡ 3 ਮੈਂਬਰੀ ਕਮੇਟੀ ਕਰੇਗੀ। ਫਿਰ ਐਸਆਈਟੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲੈਣਾ ਅਕਾਲੀ ਦਲ ਦੇ ਵੱਲੋਂ ਕਿ ਭਾਈ ਤੀਜਾ ਬੰਦਾ ਬਦਲ ਕੇ ਵਿਜੇ ਸਿੰਗਲਾ ਆ ਗਿਆ, ਲਗਾਤਾਰ ਇਲਜ਼ਾਮ ਲਗਾਉਣੇ, ਤਾਂ ਦੂਜੇ ਪਾਸੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਵਾਰੀ ਵੀ ਨਾ ਬਿਆਨ ਆਉਣਾ ਕਿ ਭਾਈ ਇਹ ਐਸਆਈਟੀ ਦਾ ਕੰਮ ਹੈ, ਐਸਆਈਟੀ ਜਿਹਨੂੰ ਨਾਲ ਲਿਜਾਣਾ ਚਾਹੇ ਲਿਜਾ ਸਕਦੀ ਹੈ, ਇਸ ਤਰੀਕੇ ਦੇ ਬਿਆਨ ਨਾ ਆਉਣੇ। ਕਿਵੇਂ ਦੇਖਦੇ ਹੋ ਕਿ ਜਾਣਬੁੱਝ ਕੇ ਅਜਿਹਾ ਰੌਲਾ ਰੱਪਾ ਪਵਾ ਕੇ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਰਲ ਕੇ ਇਸ ਮਾਮਲੇ ਨੂੰ ਲਟਕਾ ਰਹੇ ਨੇ? ਬਿਲਕੁਲ, ਮੈਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ, ਜਦੋਂ ਉਹ ਜਿਹੜੀ ਐਸਆਈਟੀ ਦਾ ਜਿਹੜਾ ਸਾਰਾ ਕੇਸ ਜਿਹੜੀ ਤੁਸੀਂ ਇਸ਼ਾਰਾ ਕਰ ਰਹੇ ਹੋ, ਉਹਦੇ ਵਿੱਚ ਕੀ ਸੀਗਾ ਕਿ ਕੈਪਟਨ ਸਾਹਿਬ ਨੂੰ ਪਤਾ ਲੱਗ ਗਿਆ ਸੀਗਾ ਕਿ ਬਾਕੀ ਜਿਹੜੇ ਮੈਂਬਰ ਨੇ ਐਸਆਈਟੀ ਦੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਤੋਂ ਜਿਹੜੇ ਨੇ ਵੱਖਰੇ ਹੋ ਰਹੇ ਨੇ, ਅਲੱਗ ਹੋ ਰਹੇ ਨੇ। ਉਸ ਵੇਲੇ ਇੰਟਰਵੀਨ ਕਰਨਾ ਚਾਹੀਦਾ ਸੀਗਾ ਕੈਪਟਨ ਸਾਹਿਬ ਨੂੰ, ਉਹ ਕਿਉਂਕਿ ਗ੍ਰਹਿ ਮੰਤਰੀ ਉਹ ਨੇ ਔਰ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਿੱਟ ਦੇ ਵਿੱਚ ਜੇ ਕੋਈ ਸਮੱਸਿਆ ਆ ਰਹੀ ਹੈ, ਜੇ ਕੋਈ ਆਪਸੀ ਤਾਲਮੇਲ ਨਹੀਂ ਬੈਠ ਰਿਹਾ, ਤਾਂ ਉਹਦਾ ਹੱਲ ਜਿਹੜਾ ਹੈਗਾ ਗ੍ਰਹਿ ਮੰਤਰੀ ਕਰਦਾ। ਉਹਦੇ ਵਿੱਚ ਤੁਸੀਂ ਦੇਖੋਗੇ ਕਿ ਉਸ ਵੇਲੇ ਹੀ ਜਿਹੜਾ ਸੀਗਾ ਉਹ ਹੱਲ ਕਰਨਾ ਚਾਹੀਦਾ ਸੀਗਾ, ਜਦੋਂ ਕਿ ਉਸ ਮਸਲੇ ਨੂੰ ਲਟਕਾਇਆ ਗਿਆ ਔਰ ਮੈਕਸਿਮਮ ਲਟਕਾਇਆ ਗਿਆ ਔਰ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਉਸ ਨੂੰ ਚੋਣਾਂ ਦੇ ਨਾਲ ਜਿਹੜਾ ਹੈਗਾ ਚੋਣਾਂ ਦੇ ਵੇਲੇ ਉਹਨਾਂ ਨੇ ਇੰਟਰਫੇਰੈਂਸ ਦੀ ਵਿੱਚ ਕੀਤਾ ਕਿ ਭਾਈ 4 ਮੈਂਬਰ ਜਿਹੜੇ ਕਿਉਂ ਛੱਡ ਕੇ ਚਲੇ ਗਏ, ਐਸਆਈਟੀ ਦੇ ਮੈਂਬਰ ਜਿਹੜੇ ਆ ਕਿਉਂ ਛੱਡ ਕੇ ਚਲੇ ਗਏ, ਉਸ ਚੀਜ਼ ਨੂੰ ਹੁਣ ਆਧਾਰ ਬਣਾ ਰਿਹਾ ਹੈ ਅਕਾਲੀ ਦਲ ਕਿ ਭਾਈ ਮੈਂਬਰ ਛੱਡ ਕੇ ਚਲੇ ਗਏ ਸੀ, ਕੁਮਰ ਵਿਜੇ ਪ੍ਰਤਾਪ ਤਾਂ ਛੱਡ ਕੇ ਚਲੇ ਗਏ ਕਿ ਇਹ ਜਾਂਚ ਨਹੀਂ ਸੀ ਸਹੀ ਕਰ ਰਿਹਾ, ਹੁਣ ਫੇਰ ਐਸਆਈਟੀ ਦਾ ਇੱਕ ਮੈਂਬਰ ਛੱਡ ਕੇ। ਇਹੀ ਗੱਲ ਮੈਂ ਉਸ ਵੇਲੇ ਵੀ ਕਹਿਣਾ ਚਾਹੁੰਦਾ ਕਿ ਉਸ ਵੇਲੇ ਵੀ ਇਹਨਾਂ ਦੀ ਮਿਲੀ ਭੁਗਤ ਕਰਕੇ ਸਾਰਾ ਕੁਝ ਇਹਨਾਂ ਦੀ ਜਾਣਕਾਰੀ ਦੇ ਵਿੱਚ ਸੀਗਾ। ਕੈਪਟਨ ਸਾਹਿਬ ਨੂੰ ਪਤਾ ਸੀਗਾ ਕਿ ਬਾਕੀ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਹੁਣ ਵੀ ਪਤਾ ਹੈ ਕਿ ਹੁਣ ਵੀ ਇਹ ਜਿਵੇਂ ਵੱਡੇ ਬਾਦਲ ਸਾਹਿਬ ਨੇ ਸਵਾਲ ਚੁੱਕੇ ਨੇ ਕਿ ਭਾਈ ਇਹ ਜਿਹੜੇ ਨੇ ਨਵੇਂ ਬੰਦੇ ਕਿੱਥੋਂ ਆ ਗਏ, ਤਾਂ ਤੁਸੀਂ ਦੇਖੋਗੇ ਕਿ ਇਹ ਜਾਣਬੁੱਝ ਕੇ ਸਾਰੀਆਂ ਚੀਜ਼ਾਂ ਲਟਕਾਈਆਂ ਜਾ ਰਹੀਆਂ ਨੇ ਤਾਂ ਕਿ ਇਹਨਾਂ ਨੂੰ ਕੋਈ ਨਾ ਕੋਈ ਸਬੂਤ ਜਿਹੜਾ ਹੈਗਾ ਇੱਕ ਦੂਜੇ ਨੂੰ ਮਿਲ ਸਕੇ, ਇੱਕ ਦੂਜੇ ਦੇ ਖਿਲਾਫ ਜਿਹੜਾ ਹੈਗਾ ਉਹ ਇਦਾਂ ਦੀਆਂ ਜਿਹੜੀਆਂ ਹੈਗੇ ਲੜਾਈ ਲੜ ਸਕਣ ਔਰ ਉਹਦੇ ਵਿੱਚੋਂ ਨਿਕਲੇ ਕੁਛ ਨਾ। ਤੁਸੀਂ ਦੇਖੋਗੇ ਕਿ ਇਹ ਦੋਨਾਂ ਦੀ ਜਿਹੜੀ ਹੈਗੀ ਰਲੀ ਮਿਲੀ ਭੁਗਤ ਜਿਹੜੀ ਹੈਗੀ ਹੈ, ਇਹਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਅਖੀਰ ਨੂੰ ਜਿਹੜਾ ਤੁਸੀਂ ਦੇਖੋਗੇ ਕਿ ਨਾ ਇਸ ਸਿੱਟ ਚੋਂ ਨਿਕਲਣਾ, ਮੈਂ ਕੱਲ ਵੀ ਗੱਲ ਕਹੀ ਸੀ, ਨਾ ਪਿਛਲੀ ਸਿੱਟ ਚੋਂ ਨਿਕਲਿਆ, ਨਾ ਜ਼ੋਰਾ ਸਿੰਘ ਕਮਿਸ਼ਨ ਚੋਂ ਨਿਕਲਿਆ ਕੁਝ, ਨਾ ਰਣਜੀਤ ਸਿੰਘ ਕਮਿਸ਼ਨ ਚੋਂ ਨਿਕਲਿਆ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਇਹ ਜਦੋਂ ਚੋਣਾਂ ਹੋਇਆ ਕਰਨਗੀਆਂ ਇਹ ਮੁੱਦਾ ਉਠਾਇਆ ਜਾਇਆ ਕਰੇਗਾ ਔਰ ਦੋਵੇਂ ਪਾਰਟੀਆਂ, ਜਿਵੇਂ ਆਪਾਂ ਕਹਿੰਦੇ ਡਾਕਟਰ ਜਦੋਂ ਮਰੀਜ਼ ਹੁੰਦਾ ਨਾ ਕੋਈ ਬੰਦਾ, ਤਾਂ ਉਹਦੇ ਉੱਤੇ ਐਕਸਪੈਰੀਮੈਂਟ ਕਰਦੇ ਨੇ ਕਿ ਇਹਨੂੰ ਫਲਾਣੀ ਦਵਾਈ ਦੇ ਲਓ, ਫਲਾਣਾ ਟੀਕਾ ਲਾ ਕੇ ਦੇਖ ਲਓ, ਇਹਨੂੰ ਸ਼ਾਇਦ ਇਦਾਂ ਹੀ ਬਚ ਜੇ। ਇਹਨਾਂ ਨੇ ਮਤਲਬ ਲੋਕਾਂ ਦੇ ਟੀਕੇ ਲਾ ਦੇਖ ਰਹੇ ਨੇ, ਪੰਜਾਬ ਦੇ ਟੀਕੇ ਲਾ ਕੇ ਦੇਖਿਆ ਜਾ ਰਿਹਾ ਔਰ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਜਿਹੜੇ ਬੁਨਿਆਦੀ ਮੁੱਦੇ ਨੇ ਉਹਨਾਂ ਤੋਂ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਇਦਾਂ ਦੇ ਮੁੱਦਿਆਂ ਨੂੰ ਮਤਲਬ ਜਾਣਬੁੱਝ ਕੇ ਲਟਕਾ ਕੇ
ਜਿਹੜਾ ਹੈਗਾ, ਜਿਵੇਂ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ 2 ਸਾਲ ਉਹ ਕਿੱਥੇ ਸੀਗੇ, ਕਿਉਂ ਨਹੀਂ ਉਸ ਵੇਲੇ ਜਿਹੜੇ, ਜੇ ਇਹਨਾਂ ਨੂੰ ਪਤਾ ਸੀਗਾ ਕਿ ਇਸ ਮੁੱਦੇ ਦੇ ਉੱਤੇ ਪੋਲਿਟਿਕਸ ਆਉਣ ਵਾਲੀ ਸਰਕਾਰ ਕਰ ਸਕਦੀ ਹੈ, ਤਾਂ ਇਹਨਾਂ ਨੇ ਉਸ ਵੇਲੇ 2 ਸਾਲਾਂ ਦੇ ਵਿੱਚ ਕਿਉਂ ਨਹੀਂ ਹੱਲ ਕੀਤਾ, ਜੇ ਇੰਨਾ ਡਰ ਸੀਗਾ। ਪਰ ਡਰ ਨਹੀਂ ਸੀਗਾ, ਇਹਨਾਂ ਨੂੰ ਵੋਟਾਂ ਚਾਹੀਦੀਆਂ ਸੀਗੀਆਂ, ਹੁਣ ਵੀ ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ। ਹੁਣ ਵੀ ਜਿਹੜਾ ਹੈਗਾ ਇਸ ਵੇਲੇ ਜਿਹੜਾ ਅਕਾਲੀ ਦਲ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਔਰ ਉਹਨੂੰ ਲੱਗਦਾ ਕਿ ਸਾਡੀ ਹੋਂਦ ਹੁਣ ਖਤਮ ਹੋਣ ਕਿਨਾਰੇ ਹੈ। ਇਸ ਕਰਕੇ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਇਸ ਨੂੰ ਹੁਣ ਏਦਾਂ ਦੀ ਲੋਕਾਂ ਦੇ ਵਿੱਚ ਇਹ ਪੇਸ਼ ਕਰੋ ਕਿ ਸਾਨੂੰ ਤਾਂ ਜੀ ਗ੍ਰਿਫਤਾਰ ਕਰਵਾਉਣਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਨਿਰੀ ਪੋਲਿਟਿਕਸ ਹੋ ਰਹੀ ਹੈ, ਹੋਰ ਪੋਲਿਟਿਕਸ ਤੋਂ ਇਲਾਵਾ ਕੁਝ ਨਹੀਂ ਹੋ ਰਿਹਾ। ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ, ਔਰ ਇੱਕ ਤੋਂ ਬਾਅਦ ਕਮਿਸ਼ਨ ਤੋਂ ਬਾਅਦ ਫਿਰ ਸਿੱਟ ਬਣਦੀਆਂ, ਫਿਰ ਦੂਜਾ ਕਮਿਸ਼ਨ, ਫਿਰ ਹੋਰ ਇਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਕਰਕੇ ਫਿਰ ਐਸਆਈਟੀ ਬਣੀ ਜਾਏਗੀ, ਫਿਰ ਉਹ ਜਾਂਚ ਵੀ ਕਰੇਗੀ। ਜਦੋਂ ਜਾਂਚ ਦੇ ਕਰੀਬ ਚਲੇ ਜਾਊ ਫਿਰ ਹਰੇਕ ਬੰਦਾ ਰੌਲਾ ਪਾ ਦਿਆ ਕਰੂਗਾ ਕਿ ਭਾਈ ਇਹ ਤਾਂ ਜੀ ਹੁਣ ਸਾਨੂੰ ਨਹੀਂ ਹੋਏਗਾ। ਇਹ ਕੇਸ ਇਸ ਤਰ੍ਹਾਂ ਦਾ ਹੈ। ਮੈਂ ਇਹੀ ਗੱਲ ਪਹਿਲਾਂ ਵੀ ਕਹੀ ਸੀ, ਜਿੰਨੀ ਦੇਰ ਇਨਸਾਫ ਕਿਵੇਂ ਮਿਲੇਗਾ? ਫਿਰ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਚੱਕ ਰਹੇ। ਮੈਂ ਇਹੀ ਗੱਲ ਕਹਿ ਰਿਹਾ ਕਿ 84 ਦੇ ਦੰਗੇ ਹੋਏ ਦਿੱਲੀ ਦੇ ਵਿੱਚ, 30,000 ਸਾਡੇ ਸਿੱਖਾਂ ਦੀ ਨਸਲਕੁਸ਼ੀ ਹੋਈ, ਔਰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਸਿੱਟਾਂ ਦੇ ਸਿੱਟਾਂ ਉਸ ਕੇਸ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕਮਿਸ਼ਨ ਤੇ ਕਮਿਸ਼ਨ ਬਣਦੇ ਗਏ, ਔਰ ਅੱਜ ਕੀ ਹੈ ਕਿ ਨਿਕਲਿਆ ਕੁਝ ਵੀ ਨਹੀਂ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ, ਇਹ ਏਦਾਂ ਦੇ ਮੁੱਦੇ ਹੁੰਦੇ ਆ ਪੋਲਿਟਿਕਸ ਦੇ ਵਿੱਚ, ਇਹ ਜਾਣਬੁੱਝ ਕੇ ਉਛਾਲੇ ਜਾਂਦੇ ਆ, ਔਰ ਜਾਣਬੁੱਝ ਕੇ ਇਹਨਾਂ ਨੂੰ ਪੇਸ਼ਕਾਰੀ ਕੀਤੀ ਜਾਂਦੀ ਹੈ ਇਹਨਾਂ ਦੀ, ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਹੈਗਾ ਉਹ ਉਧਰ ਲਵਾ ਕੇ ਔਰ ਇਹਦੇ ਵਿੱਚ ਪੋਲਿਟਿਕਸ ਕੀਤੀ ਜਾਏ, ਵੋਟ ਬੈਂਕ ਖੜਾ ਕੀਤਾ ਜਾਏ ਆਪਣਾ, ਜਾਂ ਪੁਰਾਣਾ ਵੋਟ ਬੈਂਕ ਜਿਹੜਾ ਹੈਗਾ ਦੁਬਾਰਾ ਉਸ ਨੂੰ ਰਿਵਾਈਵ ਕੀਤਾ ਜਾਏ। ਸੋ ਇਸ ਤਰ੍ਹਾਂ ਦੀਆਂ ਪੋਲਿਟਿਕਸ ਜਿਹੜੀ ਹੈਗੀ ਚੱਲਦੀ ਰਹੀ ਹੈ ਹੁਣ ਤੱਕ, ਪੰਜਾਬ ਦੇ ਵਿੱਚ ਵੀ, ਪੂਰੇ ਹਿੰਦੁਸਤਾਨ ਦੇ ਵਿੱਚ ਵੀ। ਸੋ ਇਸ ਕਰਕੇ ਜੇ ਆਪਾਂ ਇਹਨੂੰ ਸਿੱਟਾ ਜੋ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਿੱਟਾ ਕੱਢਿਆ, ਉਹੀ ਗੱਲ ਬਿਲਕੁਲ ਸਹੀ ਹੈ ਕਿ ਨਾ ਤਾਂ ਸਾਨੂੰ ਉਸ ਵੇਲੇ 2 ਸਾਲਾਂ ਦੇ ਵਿੱਚ ਕੋਈ ਨਤੀਜਾ ਮਿਲਿਆ, ਨਾ 4.5 ਸਾਲ ਹੋ ਗਏ ਅੱਜ ਜਿਹੜਾ ਹੈਗਾ ਕੋਈ ਸਿੱਟਾ ਇਹਦਾ ਨਿਕਲਿਆ, ਨਾ ਕੋਈ ਸਿੱਟਾ ਨਿਕਲਣ ਦੀਆਂ ਸੰਭਾਵਨਾਵਾਂ ਨੇ। ਪੋਲਿਟਿਕਸ ਪਹਿਲਾਂ ਵੀ ਹੋ ਰਹੀ ਸੀ, ਪੋਲਿਟਿਕਸ ਅੱਜ ਵੀ ਹੋ ਰਹੀ ਹੈ, ਔਰ ਪੋਲਿਟਿਕਸ ਅਗਲੇ ਦਿਨਾਂ ਦੇ ਵਿੱਚ ਵੀ ਇਸੇ ਮੁੱਦੇ ਦੇ ਉੱਤੇ ਹੁੰਦੀ ਰਹੇਗੀ, ਪਰ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ। ਇਹ ਗੱਲ ਬਿਲਕੁਲ ਸਾਫ਼ ਹੈ, ਇਹ ਕਲੀਅਰ ਹੈ ਗੱਲ ਜੀ। ਸੁਖਵਿੰਦਰ ਜੀ, ਕੀ ਲੱਗਦਾ ਫਿਰ ਜਿਹੜੇ ਲੋਕ ਕਹਿੰਦੇ ਰਹੇ ਆ, ਜਿਵੇਂ ਸੁਖਬੀਰ ਸਿੰਘ ਬਾਦਲ ਹੁਣੀ ਖੁਦ ਹੀ ਕਹਿੰਦੇ ਰਹੇ ਆ ਕਿ ਇਹਨਾਂ ਦੇ ਮਾਮਲਿਆਂ ਤੇ ਬੇਅਦਬੀ ਕਰਨ ਵਾਲਿਆਂ ਦੇ ਤੇ ਉਹਨਾਂ ਦੇ ਰਾਜਨੀਤੀ ਕਰਨ ਵਾਲਿਆਂ ਦਾ ਕੱਖ ਨਾ ਰਹੇ, ਫਿਰ ਜਿਹੜੇ ਰਲ ਮਿਲ ਕੇ ਰਾਜਨੀਤੀ ਕਰ ਰਹੇ ਆ, ਕੀ ਲੱਗਦਾ ਫਿਰ ਇਹਨਾਂ ਦਾ ਕੱਖ ਨਹੀਂ ਰਹੂਗਾ? ਕਿਉਂਕਿ ਅਕਾਲੀ ਦਲ ਤਾਂ ਪਹਿਲਾਂ ਹੀ ਸੱਤਾ ਦੇ ਵਿੱਚੋਂ ਬਾਹਰ ਆ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਵੀ ਗਾਜ ਡਿੱਗਦੀ ਜਾ ਰਹੀ ਹੈ, ਤੇ ਜੇ ਕੋਈ ਉੱਭਰ ਰਿਹਾ ਤਾਂ ਸਿਰਫ ਨਵਜੋਤ ਸਿੰਘ ਸਿੱਧੂ ਉੱਭਰ ਰਿਹਾ। ਦੇਖੋ, ਬਿਲਕੁਲ ਕਿਤੇ ਨਾ ਕਿਤੇ ਜੇ ਆਪਾਂ ਕਹੀਏ ਨਾ ਕਿ ਜੇ ਸਰਕਾਰਾਂ ਇਨਸਾਫ ਨਹੀਂ ਦਿੰਦੀਆਂ ਤਾਂ ਕੁਦਰਤ ਜ਼ਰੂਰ ਇਨਸਾਫ ਕਰਦੀ ਹੈ, ਫਿਰ ਅਖੀਰ ਨੂੰ ਕੁਦਰਤ ਅੱਗੇ ਆਉਂਦੀ ਹੈ, ਨੇਚਰ ਅੱਗੇ ਆਉਂਦੀ ਹੈ। ਸੋ ਇਸ ਕਰਕੇ ਤੁਸੀਂ ਦੇਖੋਗੇ, ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਅਕਾਲੀ ਦਲ ਨੇ ਤਾਂ ਸੋਚਿਆ ਸੀਗਾ ਕਿ ਅਸੀਂ ਪ੍ਰੇਮੀਆਂ ਦਾ ਵੋਟ ਬੈਂਕ ਜਿਹੜਾ ਹੈਗਾ ਲੈ ਕੇ ਅਸੀਂ ਅਗਲੀ ਸਰਕਾਰ ਫਿਰ ਸੱਤਾ 'ਚ ਆ ਜਾਵਾਂਗੇ। ਇਸ ਕਰਕੇ ਉਹਨਾਂ ਨੇ ਇਸ ਸਾਰੀ ਚੀਜ਼ ਨੂੰ ਡਿਲੇ ਕੀਤਾ, ਔਰ ਕਾਂਗਰਸ ਨੂੰ ਇਹ ਲੱਗਦਾ ਸੀਗਾ, ਖਾਸ ਤੌਰ ਤੇ ਕੈਪਟਨ ਸਾਹਿਬ ਨੂੰ ਇਹ ਲੱਗਦਾ ਸੀਗਾ ਕਿ ਮੈਂ ਇਹ ਮੁੱਦਾ ਉਭਾਰ ਕੇ ਫਿਰ ਦੁਬਾਰਾ ਸੱਤਾ 'ਚ ਆ ਜਾਊਂਗਾ, ਤੇ ਇਸ ਕਰਕੇ ਮੇਰਾ 5 ਸਾਲ ਏਦਾਂ ਕੱਟ ਜਾਣੇ ਆ। ਸੋ ਇਸੇ ਕਰਕੇ ਨੇਚਰ ਜਿਹੜੀ ਹੈਗੀ ਹੈ, ਕੁਦਰਤ ਜਿਹੜੀ ਹੈਗੀ ਹੈ, ਬਹੁਤ ਬਲਵਾਨ ਹੈ, ਉਹਦੇ ਤੋਂ ਡਰਨ ਦੀ ਲੋੜ ਹੈ। ਔਰ ਕੁਦਰਤ ਅਖੀਰ ਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਦੀ ਹੈ, ਜਿਵੇਂ ਉਹਨਾਂ ਨੇ ਅਕਾਲੀ ਦਲ ਦਾ ਕਰਤਾ। ਆਪਾਂ ਨੂੰ ਵੀ ਪਤਾ ਹੈ ਕਿ ਸਾਰਿਆਂ ਦੇ ਸਾਹਮਣੇ ਹੈ, ਔਰ ਅੱਜ ਆਪਣੀ ਹੋਂਦ ਦੀ ਲੜਾਈ 100 ਸਾਲ ਤੋਂ ਬਾਅਦ ਇੱਕ ਵੱਡੀ ਪਾਰਟੀ ਪੰਜਾਬ ਦੀ ਜਿਹੜੀ ਆ ਕਿ ਅੱਜ ਆਪਣੀ ਹੋਂਦ ਦੀ ਲੜਾਈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹਨਾਂ ਨੇ ਹਾਈ ਕਮਾਨ ਨੇ ਬੜੇ ਠੋਕ ਵਜਾ ਕੇ ਕਿਹਾ ਕਿ ਇਸ ਮਸਲੇ ਦਾ ਜਾ ਕੇ ਦਵਾ-ਦਵ ਹੱਲ ਕਰੋ, ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਵੀ ਪ੍ਰੈਸ਼ਰ ਪੂਰਾ ਹੈ ਕਿ ਹੱਲ ਕਰਨਾ ਪੈਣਾ, ਕਿਉਂਕਿ ਜਦੋਂ ਆਪਣੀ ਕੁਰਸੀ ਦੀ ਗੱਲ ਹੋਵੇ ਫਿਰ ਤੇ ਕੁਝ ਵੀ ਕਰ ਸਕਦੇ ਆ, ਤਾਂ ਹੱਲ ਤਾਂ ਕਰਨਾ ਪਊਗਾ। ਤੇ ਇੱਕ ਪਾਸੇ ਐਸਆਈਟੀ ਦਾ ਮੈਂਬਰ ਵੀ ਛੱਡ ਗਿਆ, ਦੂਜੇ ਪਾਸੇ ਇਹ ਪਹਿਲਾਂ ਹੀ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਕੀ ਲੱਗਦਾ ਕਿ ਅਜਿਹੇ ਮਾਮਲਿਆਂ ਦੇ ਵਿੱਚ, ਫਿਰ ਅਜਿਹੇ ਪਰਿਸਥਿਤੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਗਾਜ ਡਿੱਗਣੀ ਤੈਅ ਹੈ? ਬਿਲਕੁਲ ਤੈਅ ਹੋਏਗੀ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ, ਜੇ ਆਪਾਂ ਇਹ ਸਵਾਲ ਤੁਸੀਂ ਦੇਖੋਗੇ ਕਿ ਚਾਹੇ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ ਹੋਵੇ, ਚਾਹੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰੈਸ ਕਾਨਫਰੰਸ ਹੋਵੇ, ਉਹਨਾਂ ਦੇ ਜਿਹੜੇ ਸੁਰ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਬਿਲਕੁਲ ਥੱਲੜੇ ਲੈਵਲ ਦੇ ਰਹੇ ਹੈ। ਉਹਨਾਂ ਨੇ ਉੱਚੀ ਸੁਰ 'ਚ ਕੈਪਟਨ ਸਾਹਿਬ ਨਾਲ ਗੱਲ ਨਹੀਂ ਕੀਤੀ, ਉਹਨਾਂ ਨੇ ਕੈਪਟਨ ਸਾਹਿਬ ਨੂੰ ਨਹੀਂ ਕਿਹਾ, ਉਹਨਾਂ ਨੇ ਕਿਹਾ ਕਿ ਇਹਦੇ ਲਈ ਉੱਪਰਲੀ ਜਿਹੜੀ ਖਾਸ ਤੌਰ ਤੇ ਰਾਹੁਲ ਜੀ ਨੇ ਜਾਂ ਉੱਪਰਲੀ ਜਿਹੜੀ ਹਾਈ ਕਮਾਂਡ ਹੈ ਉਹ ਇਸ਼ਾਰਾ ਕਰ ਰਹੀ ਹੈ। ਤੁਸੀਂ ਦੇਖੋਗੇ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹੀ ਹੈ ਕਿ ਥੱਲਿਓ
ਆਪਸ ਦੇ ਵਿੱਚ ਸਾਂਝੀਦਾਰੀ ਹੈ, ਇੱਕ ਦੂਜੇ ਦੇ ਉੱਤੇ ਗਾਜ ਨਹੀਂ ਗਿਰਾਉਣਾ ਚਾਹੁੰਦੇ ਔਰ ਇੱਕ ਦੂਜੇ ਨਾਲ ਕੋਈ ਸਮਝੌਤਾ ਅੰਦਰ ਖਾਤੇ ਜਿਹੜਾ ਹੈਗਾ ਹੋ ਚੁੱਕਿਆ ਹੈ। ਸੋ ਇਸ ਕਰਕੇ ਤੁਸੀਂ ਇਹੀ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਗਾਜ ਹੈ ਇਹਦਾ ਨੁਕਸਾਨ ਕੈਪਟਨ ਸਾਹਿਬ ਨੂੰ ਹੋਏਗਾ। ਪਰ ਜੇ ਆਪਾਂ ਇਹਦਾ ਹੁਣ ਸਿੱਟਾ ਕੱਢਣ ਦੀ ਕੋਸ਼ਿਸ਼ ਕਰੀਏ ਕਿ ਕੀ ਕੈਪਟਨ ਸਾਹਿਬ ਇਸ ਮਸਲੇ ਦਾ ਹੱਲ ਕਰ ਸਕਦੇ ਆ, ਉਹਨਾਂ ਦੇ ਵੱਸ ਦੀ ਗੱਲ ਹੈ, ਪਰ ਮੈਨੂੰ ਲੱਗਦਾ ਕਿ ਨਹੀਂ ਕਰ ਸਕਦੇ। ਉਹ ਚਾਹ ਕੇ ਵੀ ਜਿਹੜੇ ਹੈਗੇ ਇਸ ਮਸਲੇ ਦਾ ਹੱਲ ਨਹੀਂ ਕਰਨਗੇ, ਇਸ ਨੂੰ ਲਟਕਾਉਣਗੇ ਔਰ ਜਿੰਨਾ ਇਹਨੂੰ ਲਟਕਾਉਣਗੇ ਉਨਾ ਹੀ ਉਹਨੂੰ ਲੱਗਦਾ ਹੈ ਕਿ ਮੇਰਾ ਸ਼ਾਇਦ ਫਾਇਦਾ ਹੋਏਗਾ। ਪਰ ਅਲਟੀਮੇਟਲੀ ਜਿਵੇਂ ਅਕਾਲੀਆਂ ਨੇ ਸੋਚਿਆ ਸੀਗਾ ਕਿ ਇਹਦੇ ਨਾਲ ਫਾਇਦਾ ਹੋਏਗਾ ਲਟਕਾਉਣ ਦੇ ਨਾਲ, ਉਸੇ ਤਰ੍ਹਾਂ ਦਾ ਨੁਕਸਾਨ ਅਕਾਲੀਆਂ ਨੂੰ ਵੀ ਹੋਇਆ ਸੀ, ਉਸੇ ਤਰ੍ਹਾਂ ਦਾ ਨੁਕਸਾਨ ਕੈਪਟਨ ਸਾਹਿਬ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ। ਉਹਨਾਂ ਦੀ ਛਵੀ ਦਾ ਜਿਹੜਾ ਹੈਗਾ ਨੁਕਸਾਨ ਪਹਿਲਾਂ ਵੀ ਬਹੁਤ ਹੋ ਚੁੱਕਿਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ। ਜੀ ਬਿਲਕੁਲ। ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਜੁੜੇ, ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਇਜ਼ਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਬੇਅਦਬੀ ਦੀ ਗੋਲੀ ਕਾਂਡ ਦੇ ਮਾਮਲੇ ਦੇ ਉੱਪਰ ਅਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤੇ ਗਏ ਹੁਣੇ ਵੱਡੇ ਬਿਆਨ ਦੇ ਮਾਮਲੇ ਦੇ ਵਿੱਚ ਵਿਸਤਾਰਪੂਰਵਕ ਚਰਚਾ ਕੀਤੀ, ਆਪਣੇ ਕੀਮਤੀ ਵਿਚਾਰ ਜਿਹੜੇ ਉਹ ਸਾਂਝੇ ਕੀਤੇ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਉਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।